ਤੋਂ ਸੁਣਿਆ। ਕਈ ਗੱਲਾਂ ਹੁੰਦੀਆਂ ਅਨੁਭਵ ਦੀਆਂ ਹੁੰਦੀਆਂ, ਕਈ ਅਨੁਭਵੀਆਂ ਤੋਂ ਸੁਣੀਆਂ ਹੁੰਦੀਆਂ। ਕਹਿੰਦੇ ਜਿਹੜੇ ਮਹਾਂਪੁਰਸ਼ ਸਰੀਰ ਵਿੱਚ ਹੁੰਦੇ ਆ ਨਾ, ਜਦੋਂ ਉਹ ਸਰੀਰ ਦੇ ਵਿੱਚ ਹੁੰਦੇ ਆ, ਉਦੋਂ ਵੀ ਉਹਨਾਂ ਕੋਲ ਬੜੀ ਪਾਵਰ ਹੁੰਦੀ ਹੈ, ਬੜੀ ਸ਼ਕਤੀ ਹੁੰਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਬਾਰੇ ਗਿਆਨੀ ਗੁਰਦੇਵ ਸਿੰਘ ਜੀ ਇੰਗਲੈਂਡ ਵਾਲੇ ਦਾਸ ਨਾਲ ਬਹੁਤ ਪ੍ਰੇਮ ਰੱਖਦੇ ਆ, ਅਤੇ ਉਹ ਕਈ ਵਾਰੀ ਬੜੇ ਰੂਹਾਨੀ ਬਚਨ ਸੁਣਾਇਆ ਕਰਦੇ, ਕਿਉਂਕਿ ਉਹ ਮਹਾਂਪੁਰਸ਼ਾਂ ਦੇ ਪੁਰਾਣੇ ਵਿਦਿਆਰਥੀ ਨੇ ਅਤੇ ਨਾਲੇ ਰਿਸ਼ਤੇਦਾਰੀ ਵੀ ਮਹਾਂਪੁਰਸ਼ਾਂ ਦੀ ਡੂੰਘੀ ਹੈ, ਅਤੇ ਉਹਨਾਂ ਦੀ ਗੋਦ ਵਿੱਚ ਹੀ ਜੰਮੇ ਪਲੇ ਖੇਡੇ ਹਨ। ਉਹ ਕਹਿੰਦੇ ਇੱਕ ਵਾਰੀ ਨਾ ਮੈਂ 13 ਕੁ ਸਾਲ ਦਾ ਸੀ ਜਦੋਂ ਮਹਾਂਪੁਰਸ਼ਾਂ ਕੋਲ ਵਿੱਦਿਆ ਪੜ੍ਹਨ ਆਇਆ, ਅਤੇ ਕੋਈ ਫੁਰਨਾ ਉੱਠਿਆ, ਕੋਈ ਸ਼ਰਾਰਤ ਬੱਚੇ ਜਿਵੇਂ ਕਰਦੇ ਆ। ਕਹਿੰਦੇ ਮੈਂ ਸ਼ਰਾਰਤ ਕੀਤੀ ਅਤੇ ਸੰਤ ਮੰਜੇ 'ਤੇ ਬਿਰਾਜੇ ਹੋਏ, ਨੇਤਰ ਬੰਦ। ਕਹਿੰਦੇ ਬਾਅਦ 'ਚ ਮੈਨੂੰ ਕੋਲ ਬਿਠਾ ਕੇ ਕਹਿੰਦੇ, ਗੁਰਦੇਵ ਸਿੰਘ, ਕਹਿੰਦੇ ਇਸ ਤਿੰਨਾਂ ਭਵਨਾਂ ਵਿੱਚ ਪੂਰੇ ਬ੍ਰਹਮੰਡ 'ਚ ਜੋ ਹੋ ਰਿਹਾ ਨਾ, ਜੋ ਵੀ ਹੋ ਰਿਹਾ ਉਹ ਸਾਨੂੰ ਸਾਰਾ ਦਿਸ ਰਿਹਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਪੂਰੇ ਬ੍ਰਹਮੰਡ ਵਿੱਚ ਜੋ ਜਿੱਥੇ ਕੁਛ ਵੀ ਹੋ ਰਿਹਾ ਉਹ ਸਾਡੇ ਸਾਹਮਣੇ ਆ। ਅਤੇ ਇੰਨੀ ਗੱਲ ਨਾਲ ਸਮਝਾਤਾ ਵੀ ਤੂੰ ਮੇਰੇ ਤੋਂ ਛੁਪਾ ਕੀ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਜਦੋਂ ਸਾਰੇ ਬ੍ਰਹਮੰਡ ਦਾ ਸੀਨ ਸਾਂ, ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਾਰੂ ਉੱਪਰ ਆਕਾਸ਼। ਧਰਤੀ ਦੇ ਉੱਤੇ ਆਕਾਸ਼ ਕਿੰਨਾ ਖੁੱਲ੍ਹਾ ਹੈ, ਧਰਤੀ ਤੋਂ ਸ਼ੁਰੂ ਹੋ ਜਾਂਦਾ। ਜਦੋਂ ਆਪਾਂ ਧਰਤੀ 'ਤੇ ਹੱਥ ਲਾ ਕੇ ਹੱਥ ਚੁੱਕੀਏ ਤਾਂ ਆਕਾਸ਼ ਹੀ ਉੱਪਰ, ਕਰੋੜਾਂ ਅਰਬਾਂ ਖਰਬਾਂ ਮੀਲ ਕੋਈ ਮਿਣ ਸਕਦਾ। ਕਹਿੰਦੇ ਬ੍ਰਹਮ ਗਿਆਨੀ ਦੇ ਹਿਰਦੇ ਦੇ ਪ੍ਰਕਾਸ਼ ਦੀ ਕੋਈ ਸੀਮਾ ਨਹੀਂ ਹੈ, ਆਕਾਸ਼ ਦੀ ਤਰ੍ਹਾਂ ਵਿਆਪਕ ਹੈ। ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਾਰੇ ਉੱਪਰ ਆਕਾਸ਼। ਸਾਰਾ ਸੰਸਾਰ ਸਾਨੂੰ ਦਿਸ ਰਿਹਾ ਕਹਿੰਦੇ, ਅਤੇ ਤੂੰ ਮੇਰੇ ਤੋਂ ਕੀ ਛੁਪਾਉਣਾ। ਸੋ ਇਹੋ ਜਿਹੀ ਹਸਤੀ ਮਹਾਂਪੁਰਸ਼ ਜਦੋਂ ਸਰੀਰ 'ਚ ਹੁੰਦੇ ਆ ਉਦੋਂ ਵੀ ਪੂਰੇ ਹੁੰਦੇ ਆ, ਪਰ ਜਦੋਂ ਸਰੀਰ ਦਾ ਚੋਲਾ ਛੱਡ ਕੇ ਬ੍ਰਹਮਲੀਨ ਹੋ ਜਾਂਦੇ ਆ ਨਾ, ਉਦੋਂ ਪਾਵਰ ਲੱਖਾਂ ਗੁਣਾ ਹੋਰ ਵੱਧ ਜਾਂਦੀ ਹੈ, ਕਰੋੜਾਂ ਗੁਣਾ ਪਾਵਰ ਵੱਧ ਜਾਂਦੀ ਹੈ। ਅੱਜ ਇਹ ਨਾ ਸਮਝੀਏ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ 50 ਸਾਲ ਹੋ ਗਏ ਚਲੇ ਗਏ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕੋਇ ਨ ਮੇਟਣ ਹਾਰਾ, ਕੋਇ ਨ ਮੇਟਣ ਹਾਰਾ। ਉਹ ਪਾਵਰ, ਉਹ ਸ਼ਕਤੀ ਅੱਜ ਵਰਤ ਰਹੀ ਹੈ। ਲੱਖਾਂ ਹੀ ਸਿੰਘ ਮਹਾਂਪੁਰਸ਼ਾਂ ਦੇ ਪੜ੍ਹਾਏ ਹੋਏ, ਗਾਂ ਉਹਨਾਂ ਦੇ ਪੜ੍ਹਾਏ ਹੋਏ ਸੰਸਾਰ ਭਰ ਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਨੇ, ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਨਾਮ ਜਪਣ ਵਾਲਾ ਇੱਕ ਸਾਧੂ ਘਾਲਣਾ ਘਾਲ ਜਾਂਦਾ ਹੈ, ਉਹਦੀ ਕਮਾਈ ਨੂੰ ਲੱਖਾਂ ਕਰੋੜਾਂ ਲੋਕ ਖਾਈ ਜਾਂਦੇ, ਉਹ ਮੁੱਕਦੀ ਨਹੀਂ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਸਾਧ ਸੰਗਤ ਜੀ, ਉਹਨਾਂ ਦੀਆਂ ਰਚਨਾਵਾਂ ਪੜ੍ਹੀਏ ਨਾ, ਫਿਰ ਪਤਾ ਲੱਗਦਾ ਕਿੰਨੀ ਘਾਲਣਾ ਕਰੜੀ ਘਾਲਦੇ ਸੀ। ਜਿਵੇਂ ਗਿਆਨੀ ਜੀ ਦੱਸ ਰਹੇ ਸੀ ਨਾ ਵੀ ਮਹਾਂਪੁਰਸ਼ ਘੋੜੀ 'ਤੇ ਨਹੀਂ ਬੈਠੇ ਕਿ ਬਾਣੀ ਦਾ ਸਤਿਕਾਰ ਬੇਅਦਬੀ ਨਾ ਹੋਵੇ। ਪੰਜੋਖਰਾ ਸਾਹਿਬ ਦੇ ਪੁਰਾਣੇ ਬਜ਼ੁਰਗਾਂ ਨੇ ਸਾਨੂੰ ਬਚਨ ਸੁਣਾਏ ਹੈ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਦਰਸ਼ਨ ਕੀਤੇ, ਵਿੱਦਿਆ ਪੜ੍ਹੀ। ਕਿਉਂਕਿ ਹਰ ਸਾਲ 1 ਮਹੀਨਾ ਪੰਜੋਖਰਾ ਸਾਹਿਬ ਰਿਹਾ ਕਰਦੇ ਸੀ। ਸਾਡੇ ਪਿਤਾ ਜੀ ਵੀ ਉਹਨਾਂ ਦੀ ਕਥਾ ਉਦੋਂ ਸੁਣਿਆ ਕਰਦੇ ਸੀ। ਇੱਕ ਨਾਭਾ ਸਾਹਿਬ ਅਤੇ ਇੱਕ ਪੰਜੋਖਰਾ ਸਾਹਿਬ, ਇਹ ਸਾਡੇ ਇਲਾਕੇ ਵਿੱਚ ਮਹਾਂਪੁਰਸ਼ਾਂ ਦੇ ਮੇਨ ਪ੍ਰਚਾਰ ਕੇਂਦਰ ਰਹੇ। ਉਹਨਾਂ ਲੋਕਾਂ ਨੂੰ ਜਾਚ ਸਿਖਾਤੀ ਜਿਨ੍ਹਾਂ ਨੂੰ ਪਤਾ ਨਹੀਂ ਸੀ ਹੁੰਦਾ ਕਥਾ ਦੇ। ਨਾਭਾ ਸਾਹਿਬ ਦਾ ਬਚਨ ਸੁਣਾਉਂਦੇ ਹੁੰਦੇ ਆ ਸਿੰਘ, ਹਾਸ ਰਸ ਦਾ ਹੀ ਹੈ। ਉਹ ਕਹਿੰਦੇ ਸੰਤ ਪਹਿਲੀ ਵਾਰੀ ਕਿਤੇ ਆਏ ਅਤੇ ਪਿੰਡਾਂ ਦੇ ਵਿੱਚ ਪ੍ਰਚਾਰ ਹੋਇਆ ਵੀ ਇੱਥੇ ਕਥਾ ਹੋਣੀ ਹੈ।
ਹੁਣ ਲੋਕਾਂ ਨੂੰ ਇੰਨਾ ਵੀ ਨਹੀਂ ਸੀ ਪਤਾ ਵੀ ਕਥਾ ਕੀ ਹੁੰਦੀ ਹੈ। ਉਹ ਵਿਚਾਰੀਆਂ ਮਾਈਆਂ ਪਿੰਡਾਂ ਦੀਆਂ ਇਕੱਠੀਆਂ ਹੋ ਕੇ ਗੁਰਦੁਆਰੇ ਆਈਆਂ ਅਤੇ ਉਹ 2-2.5 ਘੰਟੇ ਸੁਣਦੀਆਂ ਰਹੀਆਂ। ਉਹ ਕਈਆਂ ਨੂੰ ਜੇ ਪਹਿਲੀ ਵਾਰ ਹੀ ਸੁਣੀਏ ਸਮਝ ਵੀ ਨਹੀਂ ਆਉਂਦੀ। ਮਾਫ਼ ਕਰਨਾ, ਪਹਿਲੀ ਵਾਰੀ ਸਕੂਲ ਵੀ ਜਾਈਏ ਬੱਚੇ ਨੂੰ ਨਹੀਂ ਪਤਾ ਲੱਗਦਾ ਵੀ ਕਿਵੇਂ ਬਹਿਣਾ, ਕੀ ਮਾਸਟਰ ਕਹਿੰਦਾ, ਇੱਥੋਂ ਦਾ ਬਾਤਾ ਦੇਖਦਾ ਹੀ ਰਹਿੰਦਾ ਬੱਚਾ। ਉਹ ਵਿਚਾਰੇ ਸਮਝੋ ਪਹਿਲੀ ਵਾਰੀ ਆਏ ਸੀ। ਉਹ ਕਹਿੰਦੇ ਜਦੋਂ ਉੱਠ ਕੇ ਗਏ ਅਤੇ ਉਹ ਪੁੱਛਿਆ ਵੀ ਕੀ ਹੋਇਆ ਸੀ ਉੱਥੇ? ਕਹਿੰਦੇ ਕਥਾ ਹੋ ਰਹੀ ਸੀ। ਕਹਿੰਦੇ ਕਥਾ? ਕਹਿੰਦੇ ਕਿਵੇਂ ਜੀ ਸੀ? ਕਹਿੰਦੇ ਇੱਕ ਬਾਬਾ ਬੋਲੀ ਜਾਂਦਾ ਸੀ। ਜਦੋਂ ਭੁੱਲ ਜਾਂਦਾ ਸੀ ਤਾਂ ਕਿਤਾਬ ਵਾਲਾ ਨਾਲੋਂ ਪੜ੍ਹ ਕੇ ਸੁਣਾ ਦਿੰਦਾ ਸੀ, ਬਾਬਾ ਫੇਰ ਸ਼ੁਰੂ ਹੋ ਜਾਂਦਾ ਸੀ। ਯਾਨੀ ਇੰਨੀ ਕੁ ਲੋਕਾਂ ਨੂੰ ਸਾਡੇ ਇਲਾਕੇ ਵਿੱਚ ਸੋਝੀ ਸੀ ਵੀ ਉਹ ਪੋਥੀ ਤੋਂ ਕਥਾ ਕਰਨ ਨੂੰ ਜਾਂ ਕਥਾ ਕੀ ਹੁੰਦੀ ਹੈ ਉਹ ਵੀ ਨਹੀਂ ਸੀ ਜਾਣਦੇ। ਅਤੇ ਮਹਾਂਪੁਰਸ਼ਾਂ ਨੇ ਸਰਲ ਢੰਗ ਨਾਲ, ਅੱਜ ਕੱਲ੍ਹ ਆਮ ਦੇਖਿਆ ਜਾਂਦਾ ਵੀ ਮੇਰੇ ਵਰਗੇ ਗਿਆਨੀ ਨਾ ਆਪਣੀ ਵਿਦਵਤਾ ਜਤਾਉਣ ਲਈ ਜਾਣ ਕੇ ਔਖੇ ਸ਼ਬਦ ਬੋਲਦੇ ਵੀ ਅਸੀਂ ਬੜੇ ਪੜ੍ਹੇ ਲਿਖੇ ਹਾਂ, ਵੀ ਬੜੇ ਗਿਆਨੀ ਹਾਂ। ਔਖੇ ਮੰਗਲਾਚਰਨ ਕਰਨੇ, ਔਖੇ ਉਹਨਾਂ ਨੇ ਕਠਿਨ ਸ਼ਬਦ ਪੜ੍ਹਨੇ ਅਤੇ ਕਥਾ ਵੀ ਜਾਣ ਬੁੱਝ ਕੇ ਬੜੀ ਡੂੰਘਾ ਹਾਲ ਪਾ ਲੈਣਾ ਵੀ ਥੱਲੇ ਨਾ ਅੱਗੇ ਤੁਰੇ ਹੀ ਨਾ ਗੱਲ। ਪਰ ਜਿਹੜੀ ਸਾਧੂਆਂ ਦੀ ਬਿਰਤੀ, ਉਹਨਾਂ ਨੇ ਇਹ ਦੇਖ ਲੈਣਾ ਵੀ ਕਿੰਨੀ ਸੰਗਤ ਬੈਠੀ ਹੈ ਅਤੇ ਕਿੰਨੀ ਕੁ ਗੱਲ ਇਹਨਾਂ ਦੇ ਪੱਲੇ ਪੈ ਸਕਦੀ ਹੈ। ਮਹਾਂਪੁਰਸ਼ਾਂ ਨੇ ਉਸ ਲੈਵਲ 'ਤੇ ਕਥਾ ਕੀਤੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਸਮਝਦਾ ਸੀ ਅਤੇ ਵਿਦਵਾਨ ਤੋਂ ਵਿਦਵਾਨ ਬੰਦਾ ਵੀ ਜੋ ਉੱਥੇ ਬੈਠਾ ਹੁੰਦਾ ਸੀ ਉਹ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਸੀ। ਇਹ ਗੱਲ ਬਾਬਾ ਗੁਰਦੇਵ ਸਿੰਘ ਜੀ ਨੇ ਦੱਸੀ ਸਾਨੂੰ। ਉਹ ਕਹਿੰਦੇ ਵੀ ਕਿਸੇ ਸਿੰਘ ਨੇ ਪੁੱਛਿਆ, ਮਹਾਰਾਜ ਕਹਿੰਦੇ ਤੁਸੀਂ ਇੰਨੀ ਦੁਨੀਆ ਬੈਠੀ ਹੁੰਦੀ ਹੈ ਵੀ ਪਿੰਨ ਸਾਇਲੈਂਟ ਜਿਵੇਂ ਕਹਿੰਦੇ ਆ ਵੀ ਆਵਾਜ਼ ਨਹੀਂ ਆਉਂਦੀ, ਹਜ਼ਾਰਾਂ ਬੰਦਾ ਸੁਣਦਾ, ਕੀ ਕਰਦੇ ਹੋ? ਉਹ ਕਹਿੰਦੇ ਭਾਈ ਜਦੋਂ ਸੰਗਤ ਬਹਿ ਜਾਂਦੀ ਅਰਦਾਸ ਕਰਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਇਹੋ ਜਿਹੀ ਕਿਰਪਾ ਕਰਦੇ ਸਾਰਿਆਂ ਦਾ ਮਨ ਸਾਡੀ ਮੁੱਠੀ 'ਚ ਆ ਜਾਂਦਾ। ਜਿੰਨੇ ਵੀ ਸਰੋਤੇ ਨਾ, ਜਿੰਨੀ ਸੰਗਤ ਬੈਠੀ ਹੈ, ਸਾਰਿਆਂ ਦਾ ਚਿੱਤ ਜਿਹੜਾ ਨਾ, ਉਹਨਾਂ ਦਾ ਚਿੱਤ ਉਹਦੀ ਬਿਰਤੀ ਨੂੰ ਕਾਬੂ ਕਰ ਲੈਂਦੇ ਆ। ਅਤੇ ਫਿਰ ਉਹ ਜਿਹੋ ਜਿਹੀ ਹੁਣ ਕੋਈ ਬੰਦਾ ਪੜ੍ਹਿਆ ਹੁੰਦਾ ਬਹੁਤ ਜ਼ਿਆਦਾ ਅਤੇ ਕੋਈ ਹੁੰਦਾ ਅਨਪੜ੍ਹ, ਸੰਗਤ ਸਾਰੇ ਬੈਠੇ ਹੁੰਦੇ। ਮਹਾਂਪੁਰਸ਼ਾਂ ਨੇ ਬਚਨ ਐਸੇ ਕਰਨੇ ਵੀ ਪੜ੍ਹੇ ਤੋਂ ਪੜ੍ਹੇ ਵੱਡੇ ਪੰਡਤ ਵੀ ਸਿਰ ਝੁਕਾਉਂਦੇ ਸੀ ਵੀ ਮਹਾਂਪੁਰਸ਼ ਜੋ ਬਚਨ ਕਰ ਰਹੇ ਨੇ ਬੜੇ ਬਾਕਮਾਲ ਬਚਨ ਨੇ। ਅਤੇ ਜਿਹੜਾ ਅਨਪੜ੍ਹ ਬੰਦਾ ਸੀ ਉਹਨੂੰ ਵੀ ਪੱਲੇ ਪੈਂਦੀ ਸੀ ਗੱਲ ਵੀ ਮਹਾਂਪੁਰਸ਼ ਕੀ ਕਹਿਣਾ ਚਾਹੁੰਦੇ, ਉਪਦੇਸ਼ ਕੀ ਹੈ। ਇਹ ਕਮਾਈ, ਬੰਦਗੀ, ਜਪ ਤਪ ਦਾ ਪ੍ਰਭਾਵ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਪੰਜੋਖਰਾ ਸਾਹਿਬ ਜਦੋਂ ਆਉਣਾ ਅਤੇ ਉੱਥੋਂ ਕਹਿੰਦੇ ਆ ਵੀ ਗੱਡਿਆਂ 'ਤੇ ਪਹਿਲਾਂ ਰੇਲ ਗੱਡੀ ਤੋਂ ਆਉਣਾ, ਸਟੇਸ਼ਨ ਤੋਂ ਉਤਰਨਾ ਅਤੇ ਉੱਪਰਲੇ ਪਾਸੇ ਜਿਹੜੀਆਂ ਰੇਲ ਦੇ ਉੱਤੇ ਹੁੰਦੇ ਨਾ ਸਮਾਨ ਰੱਖਣ ਵਾਲੀਆਂ, ਉਹ ਸਾਫ਼ ਕਰਕੇ ਉਹਦੇ 'ਚ ਪੋਥੀਆਂ ਟਿਕਾਈਆਂ ਹੁੰਦੀਆਂ ਸੀ। ਉੱਥੋਂ ਲਿਆ ਕੇ ਅਤੇ ਗੱਡੇ ਸਾਫ਼ ਕਰਕੇ ਸੰਗਤ ਨੇ ਖੜ੍ਹੇ ਕੀਤੇ ਹੁੰਦੇ ਸੀ। ਗੱਡੇ ਉੱਤੇ ਪੋਥੀਆਂ ਰੱਖ ਲੈਣੀਆਂ ਅਤੇ ਸਿੰਘਾਂ ਨੇ ਪਿੱਛੇ ਅਤੇ ਸੰਤਾਂ ਨੇ ਪੈਦਲ ਤੁਰਨਾ ਨਾਲ। ਸਾਡੇ ਅੰਬਾਲੇ ਸਟੇਸ਼ਨ ਤੋਂ ਪੰਜੋਖਰਾ ਸਾਹਿਬ 10 ਕਿਲੋਮੀਟਰ ਬਣ ਹੀ ਜਾਂਦਾ ਪੈਦਲ ਤੁਰਨਾ। ਪੈਦਲ ਤੁਰ ਕੇ ਆਉਣਾ ਪੰਜੋਖਰਾ ਸਾਹਿਬ, ਆ ਕੇ ਅਤੇ ਫਿਰ ਪੋਥੀਆਂ ਪਹਿਲਾਂ ਸਭ ਤੋਂ ਸਥਾਪਿਤ ਕਰਨੀਆਂ ਸਤਿਕਾਰ ਨਾਲ, ਫਿਰ ਸਿੰਘਾਂ ਨੇ ਆਸਣ ਲਾਣੇ, ਫਿਰ ਪ੍ਰਸ਼ਾਦਾ ਗੱਫਾ ਬਣਾਉਣਾ ਛਕਣਾ, ਫਿਰ ਸੰਤਾਂ ਨੇ ਕਥਾ ਕਰਨੀ ਅਤੇ 300 400 ਵਿਦਿਆਰਥੀ ਨਾਲ ਹੁੰਦਾ ਸੀ। ਅਤੇ ਵਿਦਿਆਰਥੀਆਂ ਦੇ ਵਿੱਚ ਕਈ ਵਾਰੀ ਕਈ ਤਰ੍ਹਾਂ ਦੇ ਸੁਭਾਅ ਵਾਲੇ ਹੁੰਦੇ, ਆਪਸ ਵਿੱਚ ਮਰੋੜ ਚੂੜਾ ਕਰ ਲੈਣਾ। ਅਤੇ ਇੱਕ ਵਾਰੀ ਕਹਿੰਦੇ ਇੱਕ ਸਿੰਘ ਸੀਗਾ, ਉਹ ਹੈ ਵੀ ਉੜੀਸਾ ਵੱਲ ਦਾ ਜਾਂ ਇੱਧਰ ਕਿੱਧਰ ਬੰਗਾਲ ਵੱਲ ਦਾ ਸੀ, ਉਹਦੀ ਬੋਲੀ ਵੀ ਹਿੰਦੀ ਵਰਗੀ ਬੋਲਦਾ ਸੀ। ਅਤੇ ਉਹ ਆਪਸ ਵਿੱਚ ਕਿਤੇ ਦੋ ਸਿੰਘਾਂ ਦਾ ਮਤਭੇਦ ਹੋ ਗਿਆ। ਜਿਹਨਾਂ ਸਿੰਘਾਂ ਨੇ ਦੇਖਿਆ ਉਹ ਸੀਨ, ਉਹ ਬਾਬਾ ਇੰਦਰ ਸਿੰਘ ਹੋਰੀ ਹੁੰਦੇ ਸੀ ਪੰਜੋਖਰਾ ਸਾਹਿਬ ਵਾਲੇ, ਉਹਨਾਂ ਮੈਨੂੰ ਸੁਣਾਈ ਗੱਲ। ਕਹਿੰਦੇ ਸਾਡੇ ਸਾਹਮਣੇ ਉਹ ਦੋਵੇਂ ਲੜ ਪਏ, ਅਤੇ ਜਦੋਂ ਲੜ ਪਏ ਅਤੇ ਸੰਤਾਂ ਕੋਲ ਬਚਨ ਆ ਗਿਆ, ਅਤੇ ਸੰਤਾਂ ਨੇ ਨਾ ਉਹ ਜਿਹੜਾ ਬੰਗਾਲ ਵਾਲਾ ਸੀ ਉਹਨੂੰ ਥੋੜ੍ਹਾ ਜਿਹਾ, ਉਹਦੀ ਗਲਤੀ ਸੀ ਕੋਈ, ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਕੁਛ ਕਿਹਾ ਅਤੇ ਦੂਜੇ ਨੂੰ ਵੀ ਕਿਹਾ। ਅਤੇ ਉਹ ਜਿਹੜਾ ਸੀ ਉਹ ਮਨਮਤ ਵਿੱਚ ਬਹੁਤਾ ਜ਼ਿਆਦਾ ਵੈਰ ਵਿਰੋਧ ਦੀ ਭਾਵਨਾ ਜਾ ਕੇ ਸਮਝ ਗਿਆ ਵੀ ਸੰਤ ਮੇਰੇ ਨਾਲ ਈਰਖਾ ਕਰਦੇ।
ਤੇ ਸੰਤਾਂ ਦੇ ਨਾਲ ਨਾ ਸਾਹਮਣੇ ਖੜ ਕੇ ਬੜੇ ਮਾੜੇ ਬਚਨ ਬੋਲਣ ਲੱਗ ਪਏ। ਇੱਥੋਂ ਤੱਕ ਵੀ ਬੋਲਿਆ ਵੀ ਤੂੰ ਤੜਾਕ ਤੇ ਆ ਗਿਆ। ਤੇ ਸੰਤ ਮੁਸਕਰਾਈ ਜਾਂਦੇ ਖੜੇ। ਉਹ ਥੜਾ ਹੁਣ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਬਦਲ ਦਿੱਤਾ ਸੀਨ। ਉਹ ਥੜਾ ਅਸੀਂ ਦੇਖਿਆ ਜਿੱਥੇ ਮਹਾਂਪੁਰਸ਼ ਖੜਿਆ ਕਰਦੇ ਸੀ ਜ਼ਿਆਦਾਤਰ, ਉਹ ਥੜੇ ਤੇ ਖੜ ਕੇ ਬਚਨ ਸੁਣੀ ਗਏ ਉਹਦੇ, ਉਹ ਬੋਲੀ ਗਿਆ। ਵਿਦਿਆਰਥੀ ਸੀ। ਜਦੋਂ ਰੁੱਖਾ ਵੀ ਬੋਲਿਆ ਤੇ ਸੰਤ ਕਹਿੰਦੇ ਭਾਈ ਗੁਰਮੁਖਾ ਹੁਣ ਤੂੰ ਚਾਲੇ ਪਾ ਜਾ। ਉਹਨੇ ਆਖਿਆ ਵੀ ਠੀਕ ਹੈ। ਉਹਨੇ ਸਮਾਨ ਚੁੱਕ ਕੇ ਤੁਰਨ ਲੱਗਾ ਜਦੋਂ ਕਛਹਿਰਾ ਭਰਨਾ, ਤੇ ਜਿਹਦੇ ਨਾਲ ਮਤਭੇਦ ਹੋਇਆ ਸੀ ਉਹਨੂੰ ਵੀ ਬੁਲਾ ਲਿਆ। ਕਹਿੰਦੇ ਤੂੰ ਵੀ ਚਾਲੇ ਪਾ ਜਾ। ਉਹ ਕਹਿੰਦਾ ਮਹਾਰਾਜ ਕਸੂਰ ਤੇ ਉਹਦਾ ਸੀ, ਮੇਰਾ ਕੀ ਕਸੂਰ ਹੈ? ਮੇਰੀ ਵਿੱਦਿਆ ਕਿਉਂ ਖਰਾਬ ਕਰਦੇ ਹੋ? ਕਹਿੰਦੇ ਕਸੂਰ ਭਾਵੇਂ ਤੇਰਾ ਸੀ ਭਾਵੇਂ ਉਹਦਾ ਸੀ, ਤੇਰੇ ਕਰਕੇ ਉਹ ਚੱਲਿਆ। ਉਹਦੀ ਜ਼ਿੰਦਗੀ ਦਾ ਵੀ ਸਵਾਲ ਹੈ, ਉਹਦੀ ਵਿੱਦਿਆ ਦਾ ਵੀ ਸਵਾਲ ਹੈ। ਤੇ ਜੇ ਤੂੰ ਰਹਿਣਾ ਤੇ ਉਹਨੂੰ ਮਨਾ ਕੇ ਵਾਪਸ ਲਿਆ। ਜਿਹੜਾ ਸੰਤਾਂ ਨੂੰ ਮਾੜਾ ਬੋਲਿਆ, ਜਿਹਨੇ ਸੰਤਾਂ ਨੂੰ ਤੂੰ ਤੜਾਕ ਵੀ ਬੋਲਿਆ, ਅਪਸ਼ਬਦ ਬੋਲੇ, ਉਹਨੂੰ ਕਹਿੰਦੇ ਵਾਪਸ ਲਿਆ, ਉਹਨੂੰ ਬੁਲਾ ਕੇ। ਕਿੰਨੀ ਨਿਮਰਤਾ ਸੀ। ਉਹ ਸਿੰਘ ਕਹਿੰਦਾ ਵੀ ਗਿਆ। ਉਹ ਇੰਨੇ ਨੂੰ ਜਿਹੜਾ ਸਿੰਘ ਸੀ ਉਹ ਮੀਲ 1.5 ਮੀਲ ਅੱਡੇ ਤੱਕ ਪੰਜੋਖਰਾ ਸਾਹਿਬ ਦੇ ਪਹੁੰਚ ਗਿਆ ਸੀ। ਉਹ ਦੌੜ ਕੇ ਪਿੱਛੋਂ ਰਲਿਆ, ਜਾ ਕੇ ਕਹਿੰਦਾ ਗੁਰਮੁਖਾ ਵਾਪਸ ਚੱਲ। ਮਹਾਂਪੁਰਸ਼ ਕਹਿੰਦੇ ਆ ਵੀ ਮੈਨੂੰ ਵੀ ਨਾਲ ਤੋਰਦੇ, ਜੇ ਤੂੰ ਨਾ ਪੜ੍ਹਿਆ ਤੇ ਮੇਰੀ ਵੀ ਪੜ੍ਹਾਈ ਖਰਾਬ ਹੋਣੀ ਹੈ। ਉਹ ਅੱਗੋਂ ਪੂਰੇ ਪਾਰਾ ਚੜ੍ਹਿਆ ਸੀ ਉਹਦਾ। ਕਹਿੰਦਾ ਹਮ ਨਹੀਂ ਜਾਣਤੇ, ਹਮ ਨਹੀਂ ਜਾਏਂਗੇ, ਹਮ ਨੇ ਕਿਆ ਕਰਨਾ, ਹਮ ਕहीं और पढ़ लेंगे। ਉਹ ਹਮ ਤੁਮ ਕੋਈ ਵਾਲਾ ਸੀਗਾ। ਕਾਫੀ ਉਹ ਕੀਤਾ ਕਰਾਇਆ, ਵਾਪਸ ਭੇਜਤਾ। ਉਹ ਸਿੰਘ ਵਾਪਸ ਆ ਗਿਆ। ਕਹਿੰਦਾ ਮਹਾਰਾਜ ਉਹ ਨਹੀਂ ਆਉਂਦਾ। ਕਹਿੰਦੇ ਨਹੀਂ ਆਉਂਦਾ ਫਿਰ ਤੂੰ ਵੀ ਕਛਹਿਰਾ ਚੁੱਕ ਲੈ, ਨਹੀਂ ਤੇ ਵਾਪਸ ਲਿਆ। ਉਹ ਫੇਰ ਦੌੜਿਆ ਕਿਸੇ ਦਾ ਸਾਈਕਲ ਚੁੱਕ ਕੇ। ਉਹ ਸਾਈਕਲ ਲੈ ਕੇ ਮਸੀਂ ਰਲਿਆ ਉਹਨੂੰ ਜਾ ਕੇ ਕਿਤੇ 2-2.5 ਮੀਲ ਤੇ ਜਾ ਕੇ ਫਿਰ ਉਹ ਭਾਈ ਗੁਰਮੁਖਾ ਮਹਾਂਪੁਰਸ਼ ਬੁਲਾਉਂਦੇ ਆ, ਛੇਤੀ ਵਾਪਸ ਚੱਲ, ਮੇਰੀ ਪੜ੍ਹਾਈ ਵੀ ਖਰਾਬ ਕਰਾਨਾ ਤੇ ਤੂੰ ਆਪਣਾ ਵੀ ਜੀਵਨ ਖਰਾਬ ਕਰਦਾ। ਉਹ ਫੇਰ ਨਾ ਕਹਿੰਦੇ ਉਹ ਮੰਨਿਆ ਨਾ, ਵਾਪਸ ਆ ਗਿਆ। ਜਦੋਂ ਵਾਪਸ ਆ ਗਿਆ ਤੇ ਤੀਜੀ ਵਾਰੀ ਸੰਤਾਂ ਨੇ ਫੇਰ ਤੋਰਤਾ। ਕਹਿੰਦੇ ਉਹਨੂੰ ਲਿਆਏਗਾ ਤੇ ਆਵੀਂ, ਨਹੀਂ ਤੇ ਨਾਲ ਹੀ ਗੱਡੀ ਚੜ੍ਹ ਜੀ। ਉਹਨੇ ਨੂੰ ਉਹ ਅੰਬਾਲੇ ਕੈਂਟ ਦੇ ਸਟੇਸ਼ਨ ਤੇ ਪਹੁੰਚ ਗਿਆ। ਉੱਥੇ ਜਾ ਕੇ ਉਹਨੂੰ ਬੇਨਤੀ ਕੀਤੀ ਵੀ ਰੱਬ ਦੇ ਵਾਸਤੇ ਵਾਪਸ ਚੱਲ। ਉਹਨੇ ਨੂੰ ਉਹਦਾ ਦਿਮਾਗ ਵੀ ਜਿਹੜਾ ਸੀ ਠੰਡਾ ਹੋ ਗਿਆ। ਉਹਦੇ ਮਨ 'ਚ ਆਇਆ ਵੀ ਮਹਾਂਪੁਰਸ਼ਾਂ ਨੂੰ ਮੈਂ ਇੰਨਾ ਮਾੜਾ ਚੰਗਾ ਬੋਲਿਆ, ਕਿੰਨੇ ਦਿਆਲੂ ਨੇ ਵੀ ਮੈਨੂੰ ਫੇਰ ਆਪਣੀ ਸ਼ਰਨ ਵਿੱਚ ਰੱਖ ਰਹੇ ਨੇ। ਤੇ ਉਹ ਫਿਰ ਤੀਜੀ ਵਾਰੀ ਨਾ ਉਹ ਵੀ ਵਾਪਸ ਆ ਗਿਆ ਤੇ ਫਿਰ ਜਥੇ 'ਚ ਵਿੱਦਿਆ ਪ੍ਰਾਪਤ ਕੀਤੀ। ਇਹੋ ਜਿਹੇ ਸੰਤ ਮਹਾਂਪੁਰਸ਼ ਪਿਆਰ ਵਾਲੇ ਸੀ ਵੀ ਕਿਸੇ ਦਾ ਜੀਵਨ ਨਹੀਂ ਖਰਾਬ ਹੋਣ ਦੇਣਾ। ਬਨਾਰਸ ਯੂਨੀਵਰਸਿਟੀ 'ਚ ਕਥਾ ਕੀਤੀ। ਸਾਧ ਸੰਗਤ ਜੀ ਇੱਥੇ ਤਾਂ ਕਥਾ ਕਰਨੀ ਬੜੀ ਸੌਖੀ, ਮਾਫ ਕਰ ਦੇਣਾ। ਆਪਾਂ ਜੋ ਮਰਜ਼ੀ ਬਚਨ ਛੱਡੀ ਜਾਂਦੇ ਆ। ਉੱਥੇ ਜੇ ਆਪਾਂ ਕਹੀਏ ਨਾ ਗੁਰੂ ਰੂਪ ਸਾਧ ਸੰਗਤ ਜੀ, ਤੇ ਪੰਡਿਤ ਉੱਥੇ ਰੋਕ ਲੈਂਦੇ ਆ। ਕਹਿੰਦੇ ਪਹਿਲਾਂ ਗੁਰੂ ਦੇ ਅਰਥ ਦੱਸ, ਫਿਰ ਰੂਪ ਦੇ ਦੱਸ, ਫਿਰ ਸਾਧ ਸੰਗਤ ਦੇ ਦੱਸ, ਤੇ ਫਿਰ ਅੱਗੇ ਤੁਰੀ। ਉਹ ਤੇ ਵਾਲ ਦੀ ਖੱਲ ਲਾਹ ਦਿੰਦੇ ਕਾਸ਼ੀ ਦੇ ਪੰਡਿਤ ਜਿਹੜੇ। ਤੇ ਮਹਾਂਪੁਰਸ਼ 2.5 ਘੰਟੇ 3-3 ਘੰਟੇ ਕਥਾ ਕਰਦੇ ਸੀ ਤੇ ਪੰਡਿਤ ਨਮਸਕਾਰਾਂ ਕਰਦੇ ਸੀ। ਕਹਿੰਦੇ ਬਚਨ ਕਿੱਥੋਂ ਆ ਰਹੇ ਨੇ? ਕਿਉਂਕਿ ਅੰਦਰੋਂ ਜਦੋਂ ਰੱਬ ਨਾਲ, ਅਕਾਲ ਪੁਰਖ ਵਾਹਿਗੁਰੂ ਨਾਲ, ਸਤਿਗੁਰੂ ਨਾਲ ਸੁਰਤੀ ਜੁੜੀ ਹੁੰਦੀ ਨਾ, ਉੱਥੇ ਫਿਰ ਅੰਮਿਓ ਚੱਲੇ ਝਰਨੇ। ਉੱਥੇ ਅੰਮ੍ਰਿਤ ਦੇ ਝਰਨੇ ਚੱਲ ਪੈਂਦੇ। ਦਰਗਾਹ ਤੋਂ ਅਕਾਲ ਪੁਰਖ ਦੇ ਖਜ਼ਾਨੇ ਵਿੱਚੋਂ ਫਿਰ ਬਚਨ ਉਤਰਦੇ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਤੋਂ ਪ੍ਰਭਾਵਿਤ ਹੋ ਕੇ 2 ਪੰਡਤਾਂ ਨੇ, ਵਿਦਿਆਰਥੀਆਂ ਨੇ ਅੰਮ੍ਰਿਤ ਛਕਿਆ ਤੇ ਤਿਆਰ ਬਰ ਤਿਆਰ ਹੋ ਗਏ ਜਦੋਂ ਸੰਤਾਂ ਦੇ ਨਾਲ। ਤੇ ਉੱਥੋਂ ਦੇ ਜਿਹੜੇ ਵੱਡੇ ਪੰਡਤ ਸੀ ਨਾ, ਉਹਨਾਂ ਨੂੰ ਪੈ ਗਿਆ ਵੀ ਇਹ ਗਿਆਨੀ ਗੁਰਬਚਨ ਸਿੰਘ ਜੇ 6 ਮਹੀਨੇ ਸਾਲ ਇੱਧਰ ਰਹਿ ਗਿਆ ਤੇ ਸਾਰੇ ਬਨਾਰਸ ਨੂੰ ਅੰਮ੍ਰਿਤ ਛਕਾ ਦੇਗਾ, ਇਹ ਸਾਰਿਆਂ ਨੂੰ ਸਿੰਘ ਸਜਾ ਦੇਗਾ। ਉਹਨਾਂ ਨੇ ਫਿਰ ਬੜੀਆਂ ਸਾਜ਼ਿਸ਼ਾਂ ਵੀ ਕੀਤੀਆਂ ਸੀ। ਉਹ ਜਿਹੜੇ ਪੁਰਾਣੇ ਬਜ਼ੁਰਗ ਜਥੇ 'ਚ ਰਹੇ ਨੇ ਨਾ, ਉਹ ਦੱਸਦੇ ਹੁੰਦੇ ਇੱਦਾਂ ਦੇ ਬਚਨ ਵੀ ਬੜੀਆਂ ਡੂੰਘੀਆਂ ਚਾਲਾਂ ਚੱਲੀਆਂ ਵੀ ਜਥੇ ਨੂੰ ਉਸ ਪਾਸੇ ਨਾ ਜਾਣ ਦਿੱਤਾ ਜਾਵੇ ਤੇ ਵਿੱਦਿਆ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਰੋਕਿਆ ਜਾਵੇ। ਖਾਲਸਾ ਜੀ ਇਹੋ ਜਿਹੇ ਮਹਾਂਪੁਰਸ਼, ਵਿੱਦਿਆ ਵੀ ਅੱਜ ਜਿਹੜੀ ਮਹਾਂਪੁਰਸ਼ਾਂ ਦੀ ਕਮਾਈ ਅਸੀਂ ਖਾ ਰਹੇ ਹਾਂ ਸਾਧ ਸੰਗਤ ਜੀ। ਮੈਂ ਇਹ ਬੇਨਤੀ ਕਰਨੋਂ ਝਕਾਂਗਾ ਨਹੀਂ ਵੀ ਸਾਡੇ ਵਿੱਚ ਵੀ ਨਾ ਹੁਣ ਵਿੱਦਿਆ ਦਾ ਮਿਆਰ ਥੱਲੇ ਆ ਰਿਹਾ। ਜਿਹੜਾ ਸਾਡਾ ਕੰਮ ਸੀ ਨਾ, ਉਹ ਸੀ ਵਿੱਦਿਆ ਪੜ੍ਹਨੀ ਤੇ ਪੜ੍ਹਾਉਣੀ, ਉਹ ਮਿਆਰ ਡਾਊਨ ਜਾਂਦਾ ਜਾ ਰਿਹਾ। ਇਹਨੂੰ ਕਮਰ ਕਸੇ ਕਰੀਏ
ਅਸੀਂ ਆਪਣੇ ਸੁਣਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਮੇਂ ਤੱਕ ਇਹ ਮਰਿਆਦਾ ਸੀ ਜਥੇ ਦੀ ਵੀ ਜਿਹੜਾ ਹਨੂਮਾਨ ਨਾਟਕ ਦੇ ਅਰਥ ਕਰ ਲਵੇ ਨਾ ਉਹਨੂੰ ਕਥਾ ਦੀ ਸਟੇਜ ਤੇ ਬਿਠਾਉਂਦੇ ਸੀ। ਇਹ ਪੁਰਾਤਨ ਸੰਪਰਦਾਇ ਦੀ ਮਰਿਆਦਾ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਤੱਕ ਵੀ ਮਰਿਆਦਾ ਸੀ। ਕਹਿੰਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੁਪਹਿਰ ਤੋਂ ਬਾਅਦ 1.5 ਘੰਟਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਦਸਮ ਦੀ ਬਾਣੀ ਸੁਣਿਆ ਕਰਦੇ ਸੀ। ਮਹਿਲ ਦੇ ਵਿੱਚ ਉਹਨਾਂ ਨੇ ਪ੍ਰਕਾਸ਼ ਕਰਾਏ ਹੁੰਦੇ ਸੀ। ਜਿਹੜੀਆਂ ਪੁਰਾਤਨ ਹੱਥ ਲਿਖਤ ਬੀੜਾਂ ਨਾ, ਕੀਮਤੀ ਦੁਰਲੱਭ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ, 5 ਪ੍ਰਕਾਸ਼ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਵਿੱਚ, ਜਿਨ੍ਹਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਸਰੂਪ ਹੈ ਨਾ ਭਾਈ ਗੁਰਦਾਸ ਜੀ ਦਾ ਕਰ ਕਮਲਾਂ ਦਾ ਲਿਖਿਆ ਹੋਇਆ, ਉਹ ਵੀ ਸ਼ੇਰੇ ਪੰਜਾਬ ਜੀ ਬੇਨਤੀ ਕਰਕੇ 1 ਸਾਲ ਵਾਸਤੇ ਆਪਣੇ ਮਹਿਲਾਂ 'ਚ ਲਾਹੌਰ ਲੈ ਗਏ ਸਨ। ਅਤੇ ਉੱਥੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਸਰੂਪਾਂ ਤੋਂ ਪਾਠ ਸੁਣਦੇ ਸੀ ਨਾ, ਪਾਠੀ ਉਹ ਲਾਉਂਦੇ ਸੀ। ਪਾਠੀ ਦੀ ਕੰਡੀਸ਼ਨ ਸੀ ਕਿ ਜਿਹਨੂੰ ਹਨੂਮਾਨ ਨਾਟਕ ਤੱਕ ਦੇ ਅਰਥ ਆਉਂਦੇ ਹੋਣ, ਇਹ ਹਨੂਮਾਨ ਨਾਟਕ ਤੋਂ ਕਿਤੇ ਕੰਨਾਂ ਵਿੱਚ ਉਹ ਨਾ ਐਲਰਜੀ ਨਾ ਹੋਣ ਲੱਗ ਜਾਵੇ ਵੀ ਕੋਈ ਹਨੂਮਾਨ ਦੇ ਚਲੀਸੇ ਵਾਲਾ, ਇਹ ਗੱਲ ਨਹੀਂ। ਉਹ ਕਾਵਿ ਦਾ ਗ੍ਰੰਥ ਹੈ, ਉਹਦੇ ਵਿੱਚ ਕਵਿਤਾ ਦਾ ਕਮਾਲ ਹੈ, ਛੰਦਾਂ ਦਾ ਕਮਾਲ ਹੈ, ਭਾਸ਼ਾ ਦਾ ਕਮਾਲ ਹੈ, ਮੁਹਾਵਰਿਆਂ ਦਾ ਕਮਾਲ ਹੈ, ਅਖੌਤਾਂ ਕਹਾਵਤਾਂ ਦਾ ਉਹਦੇ ਵਿੱਚ ਭੰਡਾਰਾ ਹੈ, ਛੰਦ ਸ਼ਾਸਤਰ ਹੈ ਪਿੰਗਲ ਦਾ, ਉਹਦੇ 'ਚ ਤੁਹਾਨੂੰ ਬਹੁਤ ਕੁਝ ਮਿਲਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪ ਸਿੰਘਾਂ ਨੂੰ ਪੜ੍ਹਾਇਆ ਕਰਦੇ ਸੀ। ਸੰਪਰਦਾਇ ਵਿੱਚ ਇਹ ਗ੍ਰੰਥ ਪਹਿਲਾਂ ਪੜ੍ਹਾਏ ਜਾਂਦੇ ਸੀ, ਸਾਰ ਕੁਤਾਵਲੀ, ਭਾਵਰਾ ਸਮਰਤ, ਵਿਚਾਰਮਾਲਾ, ਅਧਿਆਤਮ ਪ੍ਰਕਾਸ਼। ਉਸ ਤੋਂ ਬਾਅਦ ਫਿਰ ਵਿਚਾਰ ਸਾਗਰ, ਪ੍ਰਬੋਧ ਚੰਦਰ ਨਾਟਕ, ਹਨੂਮਾਨ ਨਾਟਕ, ਕਾਵਿ ਦੇ ਗ੍ਰੰਥ, ਦਰਸ਼ਨ ਦੇ ਗ੍ਰੰਥ, ਬਹੁਤ ਵੱਡੇ ਵੱਡੇ ਫਿਰ ਗ੍ਰੰਥ ਪੜ੍ਹਾ ਕੇ ਗੁਣੀ ਗਿਆਨੀ ਬਣਾਇਆ ਜਾਂਦਾ ਸੀ। ਅਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਤ ਸੀ ਵੀ ਜਿਹੜਾ ਹਨੂਮਾਨ ਨਾਟਕ ਦੇ ਅਰਥ ਕਰ ਸਕਦਾ ਉਹ ਪਾਠੀ ਲਾਣਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ। ਕਿਉਂ ਭਲਾ? ਵੀ ਪਾਠ ਸੁਣਦਿਆਂ ਸੁਣਦਿਆਂ ਕੋਈ ਸ਼ੰਕਾ ਹੋ ਗਿਆ ਵੀ ਇਸ ਪਾਠ ਦਾ ਨਿਰਣਾ ਕਰੋ, ਅਰਥ ਕਰੋ, ਅਤੇ ਜੇ ਉਹਦਾ ਲੈਵਲ ਇੰਨਾ ਕੁ ਉੱਚਾ ਹੋਵੇਗਾ ਉਹ ਫਿਰ ਗੁਰਬਾਣੀ ਦੇ ਅਰਥ ਕਰ ਸਕਦਾ ਹੋਵੇਗਾ। ਇੱਕ ਤਰ੍ਹਾਂ ਦਾ ਇਹ ਕੰਡੀਸ਼ਨ ਬਣਾਈ ਹੋਈ ਸੀ ਅਤੇ ਸੰਤਾਂ ਤੱਕ ਇਹ ਚੱਲੀ ਹੈ ਮਰਿਆਦਾ। ਸਾਧ ਸੰਗਤ ਜੀ, ਅੱਜ ਸਾਨੂੰ ਲੋੜ ਹੈ ਇਸ ਪਾਸੇ ਆਪਾਂ ਧਿਆਨ ਦਈਏ, ਆਪਣੀ ਜ਼ਿੰਮੇਵਾਰੀ ਹੈ। ਅਤੇ ਇੱਥੇ ਬੱਚਿਆਂ ਨੂੰ ਅਸੀਂ ਸੰਥਿਆ ਕਰਾਉਂਦੇ ਹਾਂ। ਗਿਆਨੀ ਜੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਨੇ ਸੈਂਕੜੇ ਵਿਦਿਆਰਥੀਆਂ ਨੂੰ ਇੱਥੇ ਵਿੱਦਿਆ ਪੜ੍ਹਾਈ। ਇੱਥੇ ਵੀ ਵਿਦਿਆਲਾ ਚੱਲਦਾ ਹੈ, ਹੋਰ ਵੀ ਜਿੱਥੇ ਜਿੱਥੇ। ਇਹ ਬੜੀ ਵੱਡੀ ਗੱਲ ਹੈ। ਜਦੋਂ 1984 ਦਾ ਇੱਕ ਖੇਡ ਵਰਤੀ ਹੈ ਨਾ, ਹੁੰਦਾ ਜੋ ਵੀ ਹੈ ਵਾਹਿਗੁਰੂ ਦੇ ਭਾਣੇ 'ਚ ਭਲਾ ਹੀ ਹੁੰਦਾ, ਬਾਅਦ 'ਚ ਪਤਾ ਲੱਗਦਾ। ਫੌਜਾਂ ਇੱਥੇ ਉਤਰੀਆਂ ਨੇ, ਥਾਂ ਥਾਈਂ ਗੁਰਬਾਣੀ ਦਾ, ਬਾਣੇ ਦਾ ਪ੍ਰਚਾਰ ਹੋਇਆ, ਸਿੰਘ ਬਾਣੀ ਪੜ੍ਹਨ ਲੱਗ ਪਏ ਨੇ। ਅਗਲਾ ਸਟੈਪ ਹੁਣ ਇਹ ਹੈ ਵੀ ਆਪਾਂ ਬਾਣੀ ਦੇ ਅਰਥ ਅਤੇ ਜਿਹੜੀ ਪੰਜਾਬੀ ਆਪਾਂ ਬੋਲਦੇ ਸੀ ਨਾ ਪਿੰਡਾਂ 'ਚ, ਉਹਨੂੰ ਜਿੰਦਾ ਰੱਖੀਏ। ਹੁਣ ਮੈਂ ਦੇਖਿਆ ਵੀ ਇੱਥੋਂ ਤੱਕ ਕੰਮ ਖਰਾਬ ਹੈ ਵੀ ਪੰਜਾਬ ਦੇ ਜਿਹੜੇ ਇੱਥੇ ਬੱਚੇ ਤੁਹਾਡੇ ਜੰਮੇ ਨੇ, ਬੜੇ ਹੀ ਚੰਗੇ ਨੇ, ਬੜੇ ਹੀ ਸਿਆਣੇ ਨੇ, ਬੜੇ ਹੀ ਸਾਫ਼ ਦਿਲ ਨੇ, ਪਰ ਆਪਣੇ ਕਲਚਰ ਵੱਲੋਂ, ਆਪਣੀ ਬੋਲੀ ਵੱਲੋਂ ਪੈਰ ਪਿੱਛੇ ਹੈ। ਮੈਂ ਇੱਕ ਸਿੰਘ ਨੂੰ ਆਖਿਆ ਮੈਂ ਬਾਟਾ ਇੱਥੇ ਧਰ ਦੇ, ਉਹ ਬਾਟਾ ਫੜ ਕੇ ਖਲੋਤਾ ਰਿਹਾ। ਉਹ ਮੈਂ ਕਿਹਾ ਧਰ ਦੇ, ਉਹ ਫੇਰ ਵੇਖੇ। ਮੈਂ ਕਿਹਾ ਵੀ ਇਹਨੂੰ ਧਰ ਦੇ ਦੀ ਸਮਝ ਨਹੀਂ, ਮੈਂ ਕਿਹਾ ਰੱਖ ਦੇ। ਫਿਰ ਉਹਨੂੰ ਸਮਝ ਆਈ ਵੀ ਇਹ ਰੱਖਣਾ ਅਤੇ ਧਰਨਾ ਇੱਕੋ ਹੀ ਚੀਜ਼ ਹੁੰਦੀ ਹੈ। ਯਾਨੀ ਪੰਜਾਬੀ ਦਾ ਕੰਮ ਜਿਹੜਾ ਹੈ ਨਾ, ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਜਿਹਦਾ ਮਾਂ-ਬਾਪ ਨੂੰ ਵੀ ਧਿਆਨ ਦੇਣਾ ਪੈਣਾ ਅਤੇ ਸਾਨੂੰ ਪ੍ਰਚਾਰਕਾਂ ਨੂੰ ਵੀ ਧਿਆਨ ਦੇਣਾ ਪੈਣਾ। ਉਸ ਤੋਂ ਬਾਅਦ ਪਾਠ ਤਾਂ ਕਰੀ ਜਾਂਦੇ ਆ, ਪਰ ਗੁਰਬਾਣੀ ਦੇ ਅਰਥ ਬੋਧ ਤੋਂ ਬਹੁਤ ਜ਼ਿਆਦਾ ਗੈਪ ਪੈ ਗਿਆ। ਹਾਲਾਂਕਿ ਪੰਜਾਬ ਦੇ ਵਿੱਚ ਵੀ ਬੱਚਿਆਂ ਨੂੰ 2-3 ਸਾਲ ਲੱਗਦੇ ਸੀ ਸਾਨੂੰ ਅਰਥ ਪੜ੍ਹਾਉਣ ਲੱਗਿਆ ਘੱਟੋ ਘੱਟ। ਇੱਥੇ ਦੁੱਗਣੀ ਤਿੱਗਣੀ ਮਿਹਨਤ ਕਰਨੀ ਪੈਂਦੀ ਹੈ ਵੀ ਜਿਹੜੀ ਆਮ ਬੋਲੀ ਹੈ ਨਾ, ਉਹ ਵੀ ਸਾਨੂੰ ਉਹਦੇ ਅਰਥ ਕਰਨੇ ਪੈਂਦੇ ਆ ਹੁਣ। ਕਿਉਂਕਿ ਮਾਂ-ਬਾਪ ਜਦੋਂ ਇੱਥੇ ਆਏ ਨੇ, ਬੜੀ ਸਟਰਗਲ ਸੀ, ਬੜੀ ਮਿਹਨਤ ਸੀ, ਕੰਮ ਦੇ ਵਿੱਚ ਦਿਨ ਰਾਤ ਕੰਮ ਵਿੱਚ, ਅਤੇ ਬੱਚਿਆਂ ਨੂੰ ਆਪਾਂ ਧਿਆਨ ਨਹੀਂ ਦੇ ਸਕੇ ਵੀ ਇਹਨਾਂ ਬੱਚਿਆਂ ਨੂੰ ਆਪਾਂ ਆਪਣੀ ਬੋਲੀ ਵੀ ਸਿਖਾਉਣੀ ਹੈ, ਆਪਣੇ ਰਹਿਣ ਸਹਿਣ ਦੇ ਢੰਗ ਤਰੀਕੇ ਵੀ ਦੱਸਣੇ ਹੈ, ਪ੍ਰਸ਼ਾਦਾ ਵੀ ਲਾਉਣਾ ਸਿਖਾਉਣਾ, ਨਿਰਾ ਪੀਜ਼ਾ ਹੀ ਨਹੀਂ ਖਵਾਉਣਾ।
ਇੱਥੋਂ ਦੇ ਬੱਚਿਆਂ ਨੂੰ ਮੈਂ ਕਹਿ ਦਿਆਂ ਵੀ ਮੈਨੂੰ ਤੁਸੀਂ ਪੀਜ਼ਾ ਖਵਾਓ, ਬਰੀਟੋ ਖਵਾਓ, ਮਿੰਟ ਲਾਉਂਦੇ ਆ। ਤੇ ਜੇ ਕਹੀਏ ਪ੍ਰਸ਼ਾਦਾ ਲਾ ਕੇ ਫਿਰ ਆਟਾ ਕਿਵੇਂ ਗੁੰਨੀਦਾ ਜੀ, ਤੇ ਦਾਲ ਸਬਜ਼ੀ ਕਿਵੇਂ ਬਣਾਈ ਦੀ ਜੀ, ਉਹਦਾ ਪਤਾ ਨਹੀਂ। ਕਹਿਣ ਦਾ ਮਤਲਬ ਹੈ ਵੀ ਆਹ ਚੀਜ਼ਾਂ ਜਿਹੜੀਆਂ ਨੇ ਬੇਸਿਕ, ਇਹ ਵੀ ਕਾਇਮ ਕਰਨੀਆਂ ਨੇ। ਇਹਨਾਂ ਵਿੱਚੋਂ ਹੀ ਹੁਣ ਆਪਾਂ ਨੂੰ ਉੱਦਾਂ ਦੇ ਵਿਦਵਾਨ ਜਿਵੇਂ ਮਹਾਂਪੁਰਸ਼ ਹੋਏ ਨੇ ਉਹ ਪ੍ਰਗਟ ਕਰਨੇ ਪੈਣੇ, ਤਾਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਣੀ। ਅਰਦਾਸ ਕਰਿਆ ਕਰੀਏ ਕਿ ਇਹੋ ਜਿਹੇ ਸਾਧੂ ਮਹਾਂਪੁਰਸ਼ ਫੇਰ ਆਉਣ, ਆਉਂਦੇ ਹੀ ਰਹਿਣ। ਜਨਮ ਮਰਨ ਦੋਹੂ ਮੈਂ ਨਾਹੀ, ਉਹ ਜੰਮਣ ਮਰਨ 'ਚ ਨਹੀਂ ਹੁੰਦੇ। ਜਨ ਪਰਉਪਕਾਰੀ ਆਏ, ਪਰਉਪਕਾਰ ਲਈ ਆਉਂਦੇ ਆ, ਪਰਉਪਕਾਰ ਵਾਸਤੇ ਸਰੀਰ ਧਾਰਨ ਕਰਦੇ ਆ। ਮਹਾਰਾਜ ਉਹਨਾਂ ਰੂਹਾਂ ਨੂੰ ਭੇਜਦੇ ਰਹਿਣ, ਆ ਕੇ ਸਾਡੇ ਅੰਦਰ ਸਿੱਖੀ ਦਾ ਬੂਟਾ ਲਾਉਂਦੇ ਰਹਿਣ, ਚੜ੍ਹਦੀ ਕਲਾ ਹੋਵੇ ਖਾਲਸੇ ਪੰਥ ਦੀ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਪੀ ਤਪੀ ਬੈਰਾਗੀ ਤਿਆਗੀ, ਮਾਇਆ ਦਾ ਕੋਈ ਲਾਲਚ ਨਹੀਂ ਕੀਤਾ। ਸਾਧ ਸੰਗਤ ਜੀ ਅੱਜ ਮੇਰੇ ਵਰਗੇ ਕਥਾਵਾਚਕ ਕਹਿੰਦੇ ਕਥਾ ਮੈਂ ਬੜੀ ਕਰਦਾ, ਸੁਣਦਾ ਕੋਈ ਨਹੀਂ। ਸੁਣੇ ਕਿਵੇਂ? ਸਾਡੇ ਅੰਦਰ ਆਸ਼ਾ ਮਨਸਾ ਤ੍ਰਿਸ਼ਨਾ ਵਸੀਆਂ ਹੋਈਆਂ ਨੇ, ਰਾਗ ਦਵੈਸ਼ ਵਸੀ ਹੋਈ ਹੈ। ਅਸੀਂ ਸਾਧ ਸੰਗਤ ਜੀ ਦਵੈਤ ਹੀ ਨਹੀਂ ਮਿਟਾ ਸਕੇ ਆਪਣੀ। ਜਦੋਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਤੇ ਪਤਾ ਲੱਗਦਾ ਜੋ ਦੀਸੈ ਸੋ ਤੇਰਾ ਰੂਪ। ਜੋ ਵੀ ਸੰਸਾਰ 'ਚ ਪ੍ਰਾਣੀ ਮਾਤਰ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਜਿੰਨੀ ਸ੍ਰਿਸ਼ਟੀ ਹੈ, ਹੇ ਵਾਹਿਗੁਰੂ ਤੇਰਾ ਰੂਪ ਹੈ। ਬ੍ਰਹਮ ਗਿਆਨੀ ਕਿਸ ਨੂੰ ਕਹਿੰਦੇ ਨੇ? ਗੱਡੀ 'ਤੇ ਲਿਖਾ ਲੈਣਾ ਬ੍ਰਹਮ ਗਿਆਨੀ, ਆਪਣੇ ਨਾਂ ਦੇ ਅੱਗੇ ਪਿੱਛੇ ਜੋੜ ਲੈਣਾ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਨਹੀਂ ਬਣਦਾ ਜਦੋਂ ਬ੍ਰਹਮ ਨੂੰ ਸਮਝ ਲਵੇ, ਵਿਆਪਕ ਨੂੰ ਸਮਝ ਲਵੇ। ਬ੍ਰਹਮ ਦੇ ਅਰਥ ਹਨ ਵਿਆਪਕ, ਜੋ ਮੇਰੇ ਵਿੱਚ ਵੀ ਹੈ ਤੇਰੇ ਵਿੱਚ ਵੀ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਆ ਜਿੰਨੀ ਸ੍ਰਿਸ਼ਟੀ ਹੈ ਦ੍ਰਿਸ਼ਟਮਾਨ ਹੈ, ਸਭ ਅਕਾਲ ਪੁਰਖ ਦਾ ਰੂਪ ਹੈ। ਐਸੀ ਦ੍ਰਿਸ਼ਟੀ ਨਾਲ ਦੇਖੇ ਫਿਰ ਉਹਨੂੰ ਆਪਣਾ ਬਗਾਨਾ, ਵੱਡਾ ਛੋਟਾ, ਹਿੰਦੂ ਮੁਸਲਮਾਨ ਦਿਸੇਗਾ। ਸਾਹਿਬ ਕਲਗੀਧਰ ਜੀ ਕੀ ਕਹਿੰਦੇ ਆ? ਜਾਤੇ ਛੂਟ ਗਇਓ ਭਰਮ ਉਰ ਕਾ, ਤਿਹ ਆਗੈ ਹਿੰਦੂ ਕਿਆ ਤੁਰਕਾ। ਜਿਹਦੇ ਮਨ 'ਚੋਂ ਭਰਮ ਨਿਕਲ ਗਿਆ, ਉਹਦੇ ਮਨ 'ਚੋਂ ਹਿੰਦੂ ਮੁਸਲਮਾਨ ਦੀ ਦੀਵਾਰ ਵੀ ਢਹਿ ਜਾਂਦੀ ਹੈ। ਅਸੀਂ ਤੇ ਅੱਜ ਬੜੀਆਂ ਛੋਟੀਆਂ ਛੋਟੀਆਂ ਦੀਵਾਰਾਂ 'ਚ ਵੰਡੇ ਗਏ ਹਾਂ। ਕਿਸੇ ਦਾ ਗੋਲਦਮਾਲਾ ਹੋਵੇ ਟਕਸਾਲੀ ਹੈ ਜੀ, ਕਿਸੇ ਨੇ ਨੁੱਕਰ ਵਾਲੀ ਬੰਨੀ ਜੀ ਇਹ ਮਿਸ਼ਨਰੀ ਹੈ ਜੀ। ਮੱਥਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਲਈ ਆਪਣੀ ਜਾਨ ਦੇਣ ਨੂੰ ਤਿਆਰ ਹਾਂ। ਪਰ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦਾ ਵੀ ਜੋ ਦੀਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜੀਓ, ਉਹ ਗੁਰੂ ਸਾਹਿਬ ਜੀ ਦਾ ਬਚਨ ਸਿੱਖਾਂ ਨੂੰ ਵੇਖ ਕੇ ਮੱਥੇ 'ਤੇ ਤਿਉੜੀ ਪੈ ਜਾਂਦੀ। ਮੈਨੂੰ ਇੰਗਲੈਂਡ ਦਾ ਬਚਨ ਯਾਦ ਆਉਂਦਾ, ਮਹਾਂਪੁਰਸ਼ ਕਹਿੰਦੇ ਬਾਬਾ ਜੀ ਉਹ ਬੰਦਾ ਆ ਰਿਹਾ ਨਾ ਜਿਹੜਾ ਜੋੜੇ ਖਾਨੇ 'ਚ ਇੱਕ ਜੋੜਾ ਲਾਂਦਾ ਪਿਆ ਸੀ ਬੰਦਾ। ਮੈਂ ਕਿਹਾ ਹਾਂ। ਕਹਿੰਦਾ ਉਹਨੂੰ ਵੇਖ ਕੇ ਤੇ ਮੈਨੂੰ ਅੱਗ ਲੱਗ ਜਾਂਦੀ ਹੈ। ਮੈਂ ਕਿਹਾ ਫਿਰ ਗੁਰਦੁਆਰੇ ਵਿੱਚ ਬੈਠਿਆਂ ਵੀ ਜੇ ਤੈਨੂੰ ਅੱਗ ਲੱਗਦੀ ਹੈ, ਫਿਰ ਬਾਹਰ ਪਤਾ ਨਹੀਂ ਕੀ ਹੁੰਦਾ ਹੋਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਗੁਰਦੁਆਰੇ 'ਚ ਬੈਠਿਆਂ ਵੀ ਭਾਈ ਗੁਰਦਾਸ ਜੀ ਲਿਖਦੇ ਨੇ, ਬਾਹਰ ਕੀ ਅਗਨ ਬੁਝਤ ਜਲ ਸਰਤਾ ਕਹਿ, ਨਾਉ ਮੈਂ ਜੋ ਆਗ ਲਗੇ ਕੈਸੇ ਕਹਿ ਬੁਝਾਈ ਹੈ। ਬਾਹਰ ਦੀ ਅੱਗ ਤੇ ਪਾਣੀ ਨਾਲ ਬੁਝਾ ਲਈਦੀ ਹੈ। ਜੇ ਨਦੀ ਦੇ ਵਿੱਚ ਕਿਸ਼ਤੀ ਨੂੰ ਅੱਗ ਲੱਗ ਕੇ ਕਿਸ਼ਤੀ ਸੜ ਗਈ ਹੈ, ਫਿਰ ਉਹਦਾ ਕੀ ਹੱਲ ਕਰੋਗੇ? ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਹਾਂ ਠਹਿਰੈ। ਸੰਸਾਰ ਦੀ ਚਿੰਤਾ, ਫਿਕਰ, ਡਰ, ਭੈ, ਈਰਖਾ, ਦਵੈਸ਼, ਨਿੰਦਾ, ਚੁਗਲੀ ਤੋਂ ਬਚਣ ਲਈ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਆਉਂਦੇ ਹਾਂ। ਜੇ ਇੱਥੇ ਵੀ ਸਾਡੇ ਮੱਥੇ 'ਤੇ ਤਿਉੜੀਆਂ ਨੇ, ਫਿਰ ਕਦੀ ਨਹੀਂ ਉਤਰਨਗੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ, ਉਹਨਾਂ ਨੇ ਪੋਥੀ ਲਿਖੀ ਹੈ ਸ੍ਰੀ ਗੁਰਮੁਖ ਪ੍ਰਕਾਸ਼। ਜੇ ਮਹਾਂਪੁਰਸ਼ਾਂ ਨੂੰ ਸਮਝਣਾ ਹੋਵੇ ਤੇ ਮਹਾਂਪੁਰਸ਼ਾਂ ਦੀ ਕਥਾ ਸੁਣੋ ਤੇ ਮਹਾਂਪੁਰਸ਼ਾਂ ਦੇ ਗ੍ਰੰਥ ਪੜ੍ਹੋ। ਅੱਜ ਸਾਧ ਸੰਗਤ ਜੀ ਇੱਥੇ ਬਾਹਰ ਦੇ ਮੁਲਕਾਂ ਦੀ ਮੈਂ ਗੱਲ ਕਰਾਂ, ਮੇਰੀ ਗੱਲ ਦਾ ਗਲਤ ਅਰਥ ਨਾ ਲੈਣਾ, ਕਿਉਂਕਿ 50% ਗੱਲ ਇੱਧਰ ਹੁੰਦੀ ਹੈ, 50 ਇੱਧਰ ਹੁੰਦੀ ਹੈ। ਉਹਦਾ ਬੈਲੈਂਸ ਕਰਕੇ ਰੱਖੋ ਤੇ ਗੱਲ ਸਮਝ ਆਉਂਦੀ ਹੈ। ਮੈਂ ਗੱਲ ਇਹ ਕਹਿਣੀ ਚਾਹੁੰਦਾ
ਵੀ ਜਿਹੜੇ ਇੱਥੇ ਫੇਸਬੁੱਕ ਦੇ ਉੱਤੇ ਆਪਾਂ ਗਿਆਨੀ, ਟਕਸਾਲੀ, ਮਿਸ਼ਨਰੀ, ਨਿਹੰਗ ਸਿੰਘ ਬਣੇ ਹੋਏ ਆ ਫੇਸਬੁੱਕ ਤੇ ਆਪਸ ਵਿੱਚ ਇੱਕ ਦੂਜੀ ਦੀ ਅਸੀਂ ਲੱਤਾਂ ਖਿੱਚਦੇ ਵੀ ਹਾਂ, ਇੱਕ ਜਥੇਬੰਦੀਆਂ ਦੇ ਨਾਂ 'ਤੇ ਲੜਦੇ ਹਾਂ। ਅਸੀਂ ਬਹੁਤ ਨਿੱਕੇ ਨਿੱਕੇ ਮੁੱਦਿਆਂ ਉੱਤੇ ਕਈ ਘੰਟੇ ਬੈਠੇ ਅਸੀਂ ਡਿਬੇਟ ਕਰਦੇ ਹਾਂ। ਉਹ ਟਾਈਮ ਜਿਹੜਾ ਅਸੀਂ ਗੁਰਬਾਣੀ ਪੜ੍ਹਨੀ ਸੀ, ਸੰਥਿਆ ਲੈਣੀ ਸੀ, ਵਿਦਿਆ ਪੜ੍ਹ ਕੇ ਜਪ ਤਪ ਕਰਕੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਉਣਾ ਸੀ, ਉਹ ਟਾਈਮ ਅਸੀਂ ਇਹਨਾਂ ਬਹਿਸਾਂ 'ਚ ਲਗਾਉਂਦੇ ਹਾਂ। ਜਿਹੜੇ ਮਿਸ਼ਨਰੀ ਬਣ ਕੇ ਲੜਦੇ ਨੇ ਉਹ ਕਦੀ ਮਿਸ਼ਨਰੀ ਕਾਲਜ ਦੇ ਕੋਲੋਂ ਨਹੀਂ ਲੰਘੇ, ਤੇ ਜਿਹੜੇ ਟਕਸਾਲੀ ਬਣ ਕੇ ਲੜਦੇ ਨੇ, ਮਾਫ਼ ਕਰਨਾ, ਗਿਆਨੀ ਜੀ ਸੁਰਜੀਤ ਸਿੰਘ ਜੀ ਇੱਥੋਂ ਹੁਣੇ ਗਏ ਨਾ, ਉੱਥੇ ਸਿੰਘ ਬੈਠੇ, ਉਹ ਕਹਿੰਦੇ ਜੀ ਅਸੀਂ ਟਕਸਾਲੀ ਹਾਂ। ਉਹ ਕਹਿੰਦੇ ਤੁਸੀਂ ਟਕਸਾਲੀ ਨਹੀਂ, ਮਾਫ਼ ਕਰਨਾ, ਤੁਸੀਂ ਟਕਸਾਲ ਦੇ ਸ਼ਰਧਾਲੂ ਹੋ ਸਕਦੇ। ਟਕਸਾਲ 'ਤੇ ਸ਼ਰਧਾ ਰੱਖਣੀ, ਉਹ ਟਕਸਾਲ ਦੇ ਸ਼ਰਧਾਲੂ। ਟਕਸਾਲੀ ਉਹ ਹੈ ਜਿਹਨੇ ਟਕਸਾਲ 'ਚ 2-4 ਸਾਲ 5 ਸਾਲ ਬਾਟੇ ਮਾਂਜੇ ਨੇ। ਉੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਦਸਮ ਗ੍ਰੰਥ ਸਾਹਿਬ ਜੀ ਦੀ, ਭਾਈ ਗੁਰਦਾਸ ਜੀ ਦੀ, ਗੁਰਪ੍ਰਤਾਪ ਦੀ ਕੋਈ ਸੰਥਿਆ ਲਈ ਹੈ, ਕੋਈ ਜਪ ਤਪ ਘਾਲਣਾ ਘਾਲੀ ਹੈ, ਘੜੀਆ ਸ਼ਬਦ ਸੱਚੀ ਟਕਸਾਲ, ਉਹ ਉੱਥੇ ਦਾ ਫਿਰ ਬਣਿਆ ਹੋਇਆ ਸਿੱਕਾ, ਉਹ ਚਮਕਦਾ। ਜਿਹੜੇ ਮੇਰੇ ਵਰਗੇ ਉੱਥੇ ਕਦੀ ਗਏ ਨਹੀਂ, ਅਸੀਂ ਟਕਸਾਲ ਦੇ ਸ਼ਰਧਾਲੂ ਹੋ ਸਕਦੇ ਹਾਂ, ਅਸੀਂ ਮਿਸ਼ਨਰੀਆਂ ਦੇ ਸ਼ਰਧਾਲੂ ਹੋ ਸਕਦੇ ਹਾਂ, ਅਸੀਂ ਨਿਹੰਗ ਸਿੰਘਾਂ ਦੇ ਵੀ ਸ਼ਰਧਾਲੂ ਹੋ ਸਕਦੇ ਹਾਂ। ਨਿਹੰਗ ਸਿੰਘ ਬਣਨ ਵਾਸਤੇ ਵੀ 5-4 ਸਾਲ ਘੋੜੇ ਦੀ ਲਿੱਤ ਚੁੱਕਣੀ ਪੈਣੀ ਹੈ, ਬਾਟੇ ਮਾਂਜਣੇ ਪੈਣੇ ਆ, ਅੰਮ੍ਰਿਤ ਵੇਲਾ ਸੰਭਾਲਣਾ ਪੈਣਾ। 9 ਵਜੇ ਤੱਕ ਅਸੀਂ ਸੁੱਤੇ ਨਹੀਂ ਉੱਠਦੇ, ਅਤੇ ਉੱਦਾਂ ਅਸੀਂ 100% ਪੂਰੇ ਸਿੱਖ ਹਾਂ। ਮਾਫ਼ ਕਰ ਦੇਣਾ, ਮੈਂ ਕਿਸੇ ਨਾਲ ਵੀ ਉਹ ਪੱਖਪਾਤ ਦੀ ਗੱਲ ਨਹੀਂ ਕਰਦਾ, ਇੱਕ ਸਾਂਝੀ ਗੱਲ ਕੀਤੀ ਹੈ। ਅਤੇ ਇਹ ਬੈਲੈਂਸ ਜਥੇਬੰਦੀਆਂ ਉੱਥੇ ਪੰਜਾਬ ਵਿੱਚ ਰਹਿੰਦੀਆਂ ਨੇ, ਆਪਸ ਵਿੱਚ ਕਈ ਵਾਰੀ ਮਰੋੜ ਚੂੜਾ ਵੀ ਹੁੰਦਾ, ਅਗਲੇ ਦਿਨ ਫੇਰ ਇਕੱਠੇ ਹੁੰਦੇ ਆ। ਇੱਥੋਂ ਵਾਲੇ ਇੱਕ ਵਾਰੀ ਰੁੱਸ ਜਾਣ, ਮੁੜ ਕੇ ਫਤਿਹ ਹੀ ਨਹੀਂ ਬੁਲਾਉਂਦੇ ਸਾਰੀ ਉਮਰ। ਇਹ ਮੈਂ ਇੱਥੇ ਤਾਂ ਕਹਿ ਰਿਹਾ ਵੀ ਇੱਥੋਂ ਆਪਾਂ ਇਹ ਰੋਗ ਕੱਢਣਾ ਆਪਣੇ ਮਨਾਂ ਵਿੱਚੋਂ। ਐਂ ਵਿਸ਼ਾਲ ਹਿਰਦਾ ਕਰ ਲਓ, ਜੋ ਦੀਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਸੰਤਾਂ ਦੀ ਮੈਂ ਤਾਂ ਗੱਲ ਕੀਤੀ ਹੈ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਸ੍ਰੀ ਗੁਰਮੁਖ ਪ੍ਰਕਾਸ਼ ਵਿੱਚ ਇੱਕ ਚੈਪਟਰ ਲਿਖਿਆ ਬੜਾ ਲੰਮਾ। ਜਿੰਨੀਆਂ ਵੀ ਪੰਥ ਦੀਆਂ ਜਥੇਬੰਦੀਆਂ, ਸੰਪਰਦਾਵਾਂ, ਉਦਾਸੀ, ਨਿਰਮਲੇ, ਨਿਹੰਗ ਸਿੰਘ, ਸੇਵਾ ਪੰਥੀ, ਸਾਰੀਆਂ ਪੁਰਾਤਨ ਤੇ ਕੂਕਿਆਂ ਤੱਕ ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ, ਉਹਨਾਂ ਦੀ ਜਥੇਬੰਦੀ, ਫਿਰ ਇਸੇ ਤਰ੍ਹਾਂ ਹੀ ਅਖੰਡ ਕੀਰਤਨੀ ਜਥੇ ਦੇ ਭਾਈ ਸਾਹਿਬ ਰਣਧੀਰ ਸਿੰਘ ਜੀ, ਜਿੰਨੇ ਵੀ ਸਾਰਿਆਂ ਮਹਾਂਪੁਰਸ਼ਾਂ ਦੀ ਉਸਤਤ ਹੀ ਲਿਖੀ, ਔਰ ਇੰਨੇ ਅਦਬ ਨਾਲ ਲਿਖੀ ਹੈ, ਇੰਨੇ ਸਤਿਕਾਰ ਨਾਲ ਲਿਖੀ ਹੈ, ਇੱਦਾਂ ਸਮਝ ਕੇ ਵੀ ਇਹ ਗੁਰੂ ਨਾਨਕ ਦੀ ਫੁਲਵਾੜੀ ਹੈ। ਇਹ ਸਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਹਨ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ ਬ੍ਰਹਮ ਦ੍ਰਿਸ਼ਟੀ ਹੈ ਵੀ ਸਾਰੀਆਂ ਸੰਪਰਦਾਵਾਂ ਦਾ। ਉੱਥੇ ਤੁਸੀਂ ਪੜ੍ਹ ਲਓ ਗੁਰਮੁਖ ਪ੍ਰਕਾਸ਼ ਦੇ ਵਿੱਚ, ਸਤਿਗੁਰੂ ਨਾਨਕ ਦੇਵ ਜੀ ਤੋਂ 10 ਪਾਤਸ਼ਾਹੀਆਂ ਤੱਕ ਕਿਵੇਂ ਸੰਪਰਦਾ ਆਈ, ਅਤੇ ਅੱਜ ਤੱਕ ਖਾਲਸੇ ਦੀ ਸੰਪਰਦਾ। ਸੰਪਰਦਾ ਦਾ ਕੀ ਅਰਥ ਹੁੰਦਾ ਹੈ? ਆਮ ਲੋਕ ਇਹਨੂੰ ਜਮਾਤ, ਧੜਾ ਜਾਂ ਕੋਈ ਪਾਰਟੀ ਸਮਝਦੇ। ਬਿਲਕੁਲ ਇਹਦਾ ਅਰਥ ਇਹ ਨਹੀਂ। ਸੰਪਰਦਾ ਦਾ ਅਰਥ ਹੈ ਸਮਿਕ ਪ੍ਰਦਾਇ ਤੇ ਇਤੀ ਸੰਪਰਦਾਇ। ਸਮਿਕ ਮੈਨੇ ਚੰਗੀ ਤਰ੍ਹਾਂ, ਭਲੀ ਪ੍ਰਕਾਰ, ਵਧੀਆ ਤਰੀਕੇ ਨਾਲ ਸੋਧ ਕੇ, ਪ੍ਰਦਾਇ ਤੇ ਮੈਨੇ ਦੇਣਾ। ਜੋ ਪਿਤਾ ਜੀ ਦੇ ਕੋਲ ਦਾਦਾ ਜੀ ਦੀ ਪ੍ਰਾਪਰਟੀ ਸੀ, ਪੜਦਾਦਾ ਜੀ ਦੀ ਪ੍ਰਾਪਰਟੀ ਸੀ, ਉਹ ਉਹਨਾਂ ਨੇ ਸਾਡੇ ਹੈਂਡਓਵਰ ਕਰ ਦਿੱਤੀ ਹੈ, ਅਤੇ ਅਸੀਂ ਉਹ ਜਿਹੜੀ ਆਪਣੀ ਪਿਓ ਦਾਦੇ ਦਾ ਖਜ਼ਾਨਾ ਆਪਣੇ ਪੁੱਤਰ ਪੋਤਰੇ ਪੜਪੋਤਰੇ ਤੱਕ ਸਹੀ ਪਹੁੰਚਾ ਦਈਏ, ਉਹਦੇ ਵਿੱਚ ਕੋਈ ਵਾਧਾ ਘਾਟਾ ਨਾ ਹੋਣ ਦਈਏ, ਉਸ ਮਰਿਆਦਾ ਨੂੰ ਤੋੜੀਏ ਭੰਨੀਏ ਨਾ। ਇਹਨੂੰ ਕਹਿੰਦੇ ਸੰਪਰਦਾਇ। ਸੰਪਰਦਾਇ ਨੇ ਚੀਜ਼ਾਂ ਸਾਂਭੀਆਂ ਹੋਈਆਂ ਨੇ, ਵੱਖਰੀਆਂ ਵੱਖਰੀਆਂ ਗੱਲਾਂ ਨੇ। ਕਦੀ ਫਿਰ ਸਮਾਂ ਬਣਿਆ ਮੈਂ ਖੁੱਲ੍ਹ ਕੇ ਤੇ ਵਿਚਾਰ ਕਰਾਂ, ਪਰ ਬੇਨਤੀ ਹੈ ਕਿ ਅੱਜ ਆਪਾਂ ਮਹਾਂਪੁਰਸ਼ਾਂ ਦਾ ਦਿਹਾੜਾ 50 ਸਾਲਾ ਸੱਚਖੰਡ ਗਮਨ ਮਨਾ ਰਹੇ ਹਾਂ। ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਯਾਦ ਕਰ ਰਹੇ ਹਾਂ, ਅਤੇ ਆਪਾਂ ਉਹਨਾਂ ਤੋਂ ਸੇਧ ਲੈਣੀ ਹੈ। ਇੱਕ ਤਾਂ ਸੰਥਿਆ ਦਾ, ਜਿਵੇਂ ਮੁਸਲਮਾਨਾਂ ਵਿੱਚ ਮੈਂ ਦੇਖਿਆ ਜੀ
ਵੀ ਭਾਵੇਂ ਕੋਈ ਰਿਕਸ਼ਾ ਚਲਾਉਂਦਾ ਹੋਵੇ ਤੇ ਭਾਵੇਂ ਕੋਈ ਜੱਜ ਲੱਗਾ ਹੋਵੇ, ਕੁਰਾਨ ਜ਼ਰੂਰ ਪੜ੍ਹੀ ਹੁੰਦੀ ਹੈ। ਤੇ ਸਿੱਖ ਕਹਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਨਾ ਪੜ੍ਹਿਆ ਹੋਵੇ, ਜਪਜੀ ਸਾਹਿਬ ਵੀ ਨਾ ਪੜ੍ਹਿਆ ਹੋਵੇ, ਫਿਰ ਕਾਹਦਾ ਸਿੱਖ ਹੈ। ਆਪਾਂ ਇਸ ਪਾਸੇ ਧਿਆਨ ਦਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਜੋ ਪਰੰਪਰਾ ਸੰਪਰਦਾਇ ਤੋਂ ਚੱਲੀ ਆ ਰਹੀ, ਸਤਿਗੁਰੂ ਕਲਗੀਧਰ ਜੀ ਮਹਾਰਾਜ ਤੱਕ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਆਇਆ, ਤੇ ਗੁਰੂ ਨਾਨਕ ਸਾਹਿਬ ਤੋਂ ਅੱਗੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਸਾਹਿਬ ਜੀ, ਉਹਨਾਂ ਬਜ਼ੁਰਗਾਂ ਤੋਂ ਚੱਲਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੱਕ ਪਹੁੰਚਿਆ। ਆਪਾਂ ਉਸ ਨੂੰ ਅੱਗੇ ਤੋਰੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਰੀ ਸੰਗਤ ਦਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਕੋਈ ਭੁੱਲ ਚੁੱਕ ਹੋਈ ਹੋਵੇ ਮਾਫ ਕਰ ਦੇਣਾ। ਕਿਸੇ ਸ਼ਬਦ ਦਾ ਗਲਤ ਅਰਥ ਨਾ ਲੈਣਾ। ਜੇ ਪੁੱਛਣਾ ਹੋਵੇ ਦਾਸ ਨੂੰ ਪੁੱਛ ਲੈਣਾ, ਮੈਂ ਸਪਸ਼ਟੀਕਰਨ ਦਿਆਂਗਾ ਆਪਣੀ ਭਾਵਨਾ ਦੇ ਮੁਤਾਬਕ। ਪਰ ਮੈਂ ਬੇਨਤੀ ਕਰਾਂ ਵੀ ਸੰਤਾਂ ਦਾ ਮਿਸ਼ਨ ਬੜਾ ਵੱਡਾ ਸੀ, ਉਸ ਮਿਸ਼ਨ ਨੂੰ ਆਪਾਂ ਸੌੜੇ ਨਹੀਂ ਹੋਣ ਦੇਣਾ। ਸਾਰੀ